ਹੈਲੋ ਸਟੂਡੈਂਟਸ, ਸਾਡਾ ਅੱਜ ਦਾ ਟੌਪਿਕ ਹੈਗਾ ਟੈਕਸੋਨੋਮੀ। ਫਸਟ ਚੈਪਟਰ ਦਾ ਬੜਾ ਇੰਪੋਰਟੈਂਟ ਟੌਪਿਕ ਹੈ। ਇਸ ਟੈਕਸੋਨੋਮੀ ਦੇ ਕਲੀਅਰ ਹੋਣ ਜਾਣ ਦੇ ਨਾਲ ਸਾਨੂੰ ਜਿਹੜਾ ਕਿ ਹੈਗਾ ਸਾਇੰਟੀਫਿਕ ਨੇਮ ਕਿੱਦਾਂ ਰੱਖਿਆ ਜਾਂਦਾ, ਕੀ ਐਡਵਾਂਟੇਜ ਨੇ ਉਹਦੀਆਂ, ਕੀ ਡਿਸਐਡਵਾਂਟੇਜ ਨੇ, ਕਾਮਨ ਨੇਮ ਦੇ ਨਾਲ ਉਹਨੂੰ ਕੰਪੇਅਰ ਕਰਾਂਗੇ ਤਾਂ ਉਹ ਸਾਰਾ ਕੁਝ ਸਾਨੂੰ ਇਸ ਟੌਪਿਕ ਦੇ ਅੰਡਰ ਸਮਝ ਆਏਗਾ। ਸੋ ਸਭ ਤੋਂ ਪਹਿਲਾਂ ਦੀ ਡੈਫੀਨੇਸ਼ਨ ਲੈ ਲੈਂਦੇ ਹਾਂ। ਇਟ ਇਜ਼ ਅ ਫੰਕਸ਼ਨਲ ਸਾਇੰਸ ਵਿਚ ਡੀਲਸ ਵਿਦ ਆਈਡੈਂਟੀਫਿਕੇਸ਼ਨ, nomenclature and classification of different kind of organisms and other objects all over the world। पूरे वर्ल्ड ते किसी भी चीज़ की, किसी ऑर्गेनिज्म की क्लासीफिकेशन करनी है, ठीक है, ਉਹਦਾ नाम रखना, नाम देना ਉਹਨੂੰ ਤੇ ਉਹਨੂੰ ਕੀ ਆ फाउंड किया जितों भी, ठीक है। मतलब ਆਈਡੈਂਟੀਫਿਕੇਸ਼ਨ ਉਹਦੀ ਪਛਾਣ ਕਰਨੀ, ਨੋਮਨਕਲੇਚਰ ਉਹਨੂੰ ਨਾਮ ਦੇਣਾ, ਕਲਾਸੀਫਿਕੇਸ਼ਨ ਮਤਲਬ ਉਹਨੂੰ ਕਿੰਗਡਮ ਦੇਣਾ, ਉਹਨੂੰ ਜੀਨਸ ਦੇਣਾ, ਉਹਨੂੰ ਸਪੀਸੀਜ਼ ਦੇਣਾ, ਜਿਹੜਾ ਆਪਾਂ ਸਾਰਾ ਆਰਡਰ ਪੜ੍ਹਿਆ, ਠੀਕ ਹੈ, ਉਹ ਦੇਣਾ। ਤਾਂ ਹੁਣ ਅਸੀਂ ਡੀਪਲੀ ਪੜ੍ਹ ਲੈਂਦੇ ਹਾਂ ਆਈਡੈਂਟੀਫਿਕੇਸ਼ਨ ਕੀ ਹੁੰਦੀ ਆ, ਨੋਮਨਕਲੇਚਰ ਕੀ ਹੁੰਦੀ ਆ, ਅਤੇ ਕਲਾਸੀਫਿਕੇਸ਼ਨ ਕੀ ਹੁੰਦਾ। ਸੋ ਸਭ ਤੋਂ ਪਹਿਲਾਂ ਅਸੀਂ ਲੈ ਲੈਂਦੇ ਹਾਂ nomenclature। nomenclature ਕੀ ਹੁੰਦਾ ਜੀ? A particular organism is known by the same name all over the world। ਹੁਣ ਇੱਕ ਪਰਟੀਕੂਲਰ ਜਿਹੜਾ ਆਰਗਨਿਜ਼ਮ ਆ, ਜਿਵੇਂ ਹਿਊਮਨ ਬੀਇੰਗ ਆ, ਠੀਕ ਹੈ, ਆਲ ਓਵਰ ਦਾ ਵਰਲਡ ਉਹਦੇ ਅਲੱਗ-ਅਲੱਗ ਜਿਹੜੇ ਹੈਗੇ ਸਟੇਟਸ ਦੇ ਵਿੱਚ ਅਲੱਗ-ਅਲੱਗ ਨਾਮ ਹੋ ਸਕਦੇ ਆ। ਪਰ ਜਦੋਂ ਨੋਮਨਕਲੇਚਰ ਦੀ ਗੱਲ ਕਰ ਲਾਂਗੇ, ਨੋਮਨਕਲੇਚਰ ਕਾਮਨ ਨੇਮ ਨਹੀਂ ਰਹੂਗਾ, ਇਹ ਕੀ ਆ ਸਾਇੰਟੀਫਿਕ ਨੇਮ ਵਾਂਗੂ ਲਵਾਂਗੇ ਆਪਾਂ, ਠੀਕ ਹੈ। ਕਿ ਇਹਨੂੰ ਕੀ ਹੈ, ਕੋਈ ਵੀ ਆਰਗਨਿਜ਼ਮ ਆ, ਜਿਵੇਂ ਆਪਾਂ ਹਿਊਮਨ ਬੀਇੰਗ ਦੀ ਗੱਲ ਕਰਨੇ, ਹੋਮੋਸੇਪੀਅਨ ਆ, ਹੋਮੋਸੇਪੀਅਨ ਹੁਣ ਉਹਨੂੰ ਪੂਰੇ ਵਰਲਡ ਦੇ ਵਿੱਚ ਕਿਹਾ ਜਾਂਦਾ, ਠੀਕ ਹੈ। ਤਾਂ ਇਹ ਹੁੰਦਾ ਨੋਮਨਕਲੇਚਰ ਵੀ ਉਹਨੂੰ ਆਪਾਂ ਨਾਮ ਦੇਣਾ, ਐਸਾ ਨਾਮ ਦੇਣਾ ਜਿਹੜੇ ਨਾਮ ਨਾਲ ਉਹਨੂੰ ਕੀ ਆ ਪੂਰੇ ਵਰਲਡ ਦੇ ਵਿੱਚ ਜਾਣਿਆ ਜਾਵੇ, ਜਿਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਸਾਇੰਟੀਫਿਕ ਨੇਮ ਹੀ ਕਹਿ ਦਿੰਦੇ ਹਾਂ, ਠੀਕ ਹੈ। ਇੱਥੇ ਮੈਂ ਲਿਖਿਆ ਵੀ ਆ। ਤਾਂ ਨੈਕਸਟ ਟਰਮ ਹੈਗੀ ਆਪਣੀ ਆਈਡੈਂਟੀਫਿਕੇਸ਼ਨ। ਆਈਡੈਂਟੀਫਿਕੇਸ਼ਨ ਹੁੰਦਾ ਲੱਭਣਾ, ਠੀਕ ਹੈ, ਵੀ ਉਹਨੂੰ ਕਿੱਥੇ ਰੱਖੀਏ ਆਪਾਂ, ਹੈ ਨਾ, ਐਗਜ਼ੈਕਟ ਪਲੇਸ ਕੀ ਉਹਦੀ। ਇਟ ਇਜ਼ ਅ ਡਿਟਰਮਾਈਨ ਐਗਜ਼ੈਕਟ ਪਲੇਸ ਔਰ ਪੋਜੀਸ਼ਨ ਟੂ ਸੈਟ ਐਨ ਆਰਗਨਿਜ਼ਮ। ਜਿਹੜਾ ਵੀ ਆਰਗਨਿਜ਼ਮ ਆ, ਹੁਣ ਹਿਊਮਨ ਬੀਇੰਗ ਹੀ ਆ, ਹੈ ਨਾ, ਹਿਊਮਨ ਬੀਇੰਗ ਦਾ ਕੀ ਆ ਸਾਇੰਟੀਫਿਕ ਨੇਮ ਕੀ ਆ, ਹੋਮੋਸੈਪੀਅਨਸ। ਅਤੇ ਇਸ ਤੋਂ ਬਾਅਦ ਕੀ ਆ, ਇਸ ਆਰਗਨਿਜ਼ਮ ਨੂੰ ਕਿੱਥੇ ਰੱਖਣਾ, ਜਿਵੇਂ ਆਪਾਂ ਨੂੰ ਮੈਮਲਸ ਦੇ ਵਿੱਚ ਰੱਖਿਆ ਗਿਆ, ਹੈ ਨਾ, ਤਾਂ ਉਹ ਕੀ ਇਹਦੀ ਆਈਡੈਂਟੀਫਿਕੇਸ਼ਨ ਆ। ਮੰਨ ਲਓ ਕਿ ਹੁਣ ਕੋਈ ਜਿਹੜਾ ਨਵਾਂ ਸਟੂਡੈਂਟ ਆ ਉਹ ਸਟੱਡੀ ਕਰਦਾ, ਹੈ ਨਾ, ਬਾਇਓਲੋਜੀ ਦੀ, ਤਾਂ ਜਦੋਂ ਉਹ ਮੈਮਲਸ ਪੜ੍ਹੂਗਾ ਤਾਂ ਉਹਨੂੰ, ਜੇ ਹੁਣ ਮੰਨ ਲਓ ਕਿ ਉਹਨੇ ਕੀ ਕਰਨਾ ਵਾ, ਸਟੱਡੀ ਕਰਨੀ ਹੈ ਹਿਊਮਨ ਬੀਇੰਗ ਦੀ, ਹਿਊਮਨ ਬੀਇੰਗ 'ਤੇ, ਹੈ ਨਾ, ਉਹਦੀ ਕਲਾਸੀਫਿਕੇਸ਼ਨ 'ਤੇ, ਤਾਂ ਉਹ ਸਿੱਧਾ ਹੀ ਕੀ ਹੈ ਮੈਮਲਸ ਖੋਲੂਗਾ, ਮੈਮਲ ਦੇ ਵਿੱਚ ਜਾ ਕੇ ਸਟੱਡੀ ਕਰੂਗਾ, ਉਹਨੂੰ ਈਜ਼ੀਲੀ ਮਿਲ ਜੂ, ਮਤਲਬ ਉਹਨੂੰ ਆਈਡੈਂਟੀਫਾਈ ਕਰਨਾ ਵੀ ਈਜ਼ੀ ਹੋ ਗਿਆ ਨਾ। ਤਾਂ ਨੈਕਸਟ ਆ ਜਾਂਦਾ ਜੀ ਕਲਾਸੀਫਿਕੇਸ਼ਨ। ਕਲਾਸੀਫਿਕੇਸ਼ਨ ਦੇ ਵਿੱਚ ਕੀ ਹੈ, ਇਹ ਇੱਕ ਸਿਸਟਮ ਆ। ਇਟ ਇਜ਼ ਅ ਸਿਸਟਮ ਆਫ ਅਰੇਂਜਮੈਂਟ ਆਫ ਐਨ ਆਰਗਨਿਜ਼ਮ ਇਨਟੂ ਗਰੁੱਪਸ ਸ਼ੋਇੰਗ ਸਿਮਿਲਰ ਰਿਲੇਸ਼ਨਸ਼ਿਪ। ਮਤਲਬ ਕਿਸੇ ਵੀ ਆਰਗਨਿਜ਼ਮ ਨੂੰ, ਜਾਂ ਕਿਸੇ ਇੱਥੇ ਕੋਈ ਆਬਜੈਕਟ ਵੀ ਲਿਖ ਸਕਦੇ ਹਾਂ, ਕਿਸੇ ਆਬਜੈਕਟ ਨੂੰ ਆਪਾਂ ਕੀ ਹੈ ਕਲਾਸੀਫਾਈ ਕਰਨਾ, ਉਹਨੂੰ ਕਿੰਗਡਮ ਦੇਣਾ, ਫਾਈਲਮ, ਕਲਾਸ, ਆਰਡਰ, ਜੀਨਸ, ਸਪੀਸੀਜ਼, ਹੈ ਨਾ, ਸਾਰਾ ਕੁਛ ਉਹਨੂੰ ਆਪਾਂ ਗਰੁੱਪਸ ਆ ਜਿਹੜੇ ਇਹਨਾਂ ਦੇ ਵਿੱਚ ਰੱਖਣਾ, ਠੀਕ ਹੈ, ਜਿਹੜਾ ਆਪਾਂ ਸਪੈਸ਼ਲ ਪ੍ਰਿੰਸੀਪਲ ਦਿੱਤਾ ਸੀ, ਹੈ ਨਾ। ਤਾਂ ਉਹਦੇ ਵਿੱਚ ਰੱਖਣਾ ਕੀ ਦੇਖਦੇ ਹੋਏ ਕਿ ਉਹ ਕਿਹਦੇ ਨਾਲ ਆਪਦੇ ਜਿਹੜੇ ਕਰੈਕਟਰ ਆ ਉਹਦੇ ਕਿਹਦੇ ਨਾਲ ਮਿਲ ਰਹੇ ਆ। ਮੰਨ ਲਓ ਜਿਹਦੇ ਨਾਲ ਹੁਣ ਹਿਊਮਨ ਬੀਇੰਗ ਦੇ ਕਰੈਕਟਰ ਮਿਲਣਗੇ, ਠੀਕ ਹੈ, ਤਾਂ ਉਹਨੂੰ ਵੀ ਮੈਮਲ 'ਚ ਰੱਖ ਦਿੱਤਾ ਜਾਊਗਾ, ਕਿਉਂਕਿ ਕੀ ਆ, ਕਿਹਨੂੰ, ਹਿਊਮਨ ਬੀਇੰਗ ਨੂੰ ਵੀ ਕਿੱਥੇ ਰੱਖਿਆ ਗਿਆ, ਮੈਮਲ 'ਚ ਰੱਖਿਆ ਗਿਆ ਨਾ। ਹੋਰ ਵੀ ਜੇ ਕੋਈ ਨਵਾਂ ਆਈਡੈਂਟੀਫਾਈ ਹੋਊਗਾ, ਠੀਕ ਹੈ, ਉਹਨੂੰ ਨਾਮ ਦੇ ਕੇ ਉਹਨੂੰ ਕੀ ਕਰਨਗੇ, ਮੈਮਲਸ 'ਚ ਰੱਖ ਦੇਣਗੇ। ਸੋ ਜਾਂ ਕਿੰਗਡਮ ਕੀ ਦੇ ਦੇਣਗੇ, ਐਨੀਮੀਲੀਆ। ਮਤਲਬ ਸੌਖਾ ਹੋ ਜਾਂਦਾ ਹੈ, ਕਿੰਗਡਮ ਵੀ ਜਿਹੜੇ ਹੈਗੇ 5 ਕਿੰਗਡਮ ਉਹਨਾਂ 'ਚ ਵੀ ਅਰੇਂਜ ਕਰ ਦਿੱਤਾ ਜਾਂਦਾ। ਤਾਂ ਉਹਦਾ ਜਿਹੜਾ ਜੀਨਸ ਸਪੀਸੀਜ਼ ਹੈਗਾ ਉਹ ਵੀ ਸਿਮਿਲਰ ਰਿਲੇਸ਼ਨਸ਼ਿਪ ਵੀ ਕਿਹਦੇ ਨਾਲ ਉਹ ਮੈਚ ਕਰ ਰਿਹਾ, ਹੈ ਨਾ, ਰਿਲੇਸ਼ਨ ਕਿਹਦੇ ਨਾਲ ਲੱਗ ਰਹੇ ਆ ਉਹਦੇ। ਤਾਂ ਜਿਵੇਂ ਕਿ ਪੰਛੀਆਂ ਨੂੰ, ਸਾਰੇ ਪੰਛੀਆਂ ਨੂੰ ਇਕੱਠੇ ਰੱਖਿਆ ਗਿਆ, ਹੈ ਨਾ, ਤਾਂ ਆਪਾਂ ਇੱਥੇ ਕੀ ਕਹਿ ਸਕਦੇ, ਕਿਉਂਕਿ ਉਹਨਾਂ ਦਾ ਰਿਲੇਸ਼ਨਸ਼ਿਪ ਆ ਕਿਤੇ ਨਾ ਕਿਤੇ, ਕਿਉਂਕਿ ਉਹ ਸਾਰੇ ਉੱਡਦੇ ਆ, ਤਾਂ ਉਹਨਾਂ ਦੀ ਐਨਸੈਸਟਰਸ ਆ ਜਿਹੜੇ, ਉਹਨਾਂ ਦਾ ਪਿਛੋਕੜ ਉਹ ਸੇਮ ਰਿਹਾ ਨਾ, ਤਾਂ ਹੀ ਉਹਨਾਂ ਦੀ ਕਲਾਸੀਫਿਕੇਸ਼ਨ ਇੱਕ ਅਲੱਗ ਕਰ ਦਿੱਤੀ ਗਈ ਬਰਡਸ ਦੇ ਵਿੱਚ। ਤਾਂ ਇਹ ਹੁੰਦਾ ਕਲਾਸੀਫਿਕੇਸ਼ਨ। ਤਾਂ ਇੱਥੋਂ ਸਾਨੂੰ ਆਈਡੈਂਟੀਫਿਕੇਸ਼ਨ, ਨੋਮਨਕਲੇਚਰ ਅਤੇ ਕਲਾਸੀਫਿਕੇਸ਼ਨ ਸਮਝ ਆ ਗਿਆ, ਜਿਹਦੀ ਗੱਲ ਅਸੀਂ ਕਿੱਥੇ ਕੀਤੀ ਸੀ, ਟੈਕਸੋਨੋਮੀ ਦੀ ਡੈਫੀਨੇਸ਼ਨ ਦੇ ਵਿੱਚ ਕੀਤੀ ਸੀ। ਹੁਣ ਜਦੋਂ ਕਿਸੇ ਆਰਗਨਿਜ਼ਮ ਨੂੰ ਕਲਾਸੀਫਾਈ ਕੀਤਾ ਜਾਂਦਾ ਤਾਂ ਕੁਝ ਕੁ ਫੈਕਟਰ ਆ ਜਿਹੜੇ ਦੇਖ ਕੇ ਉਹਨਾਂ ਨੂੰ ਕਿਸੇ ਕਲਾਸ ਦੇ ਵਿੱਚ ਰੱਖਿਆ ਜਾਂਦਾ। ਹੁਣ ਜਿਵੇਂ ਮੋਰਫੋਲੋਜੀਕਲ, ਜਿਵੇਂ ਸਭ ਤੋਂ ਪਹਿਲਾਂ ਲਿਖਿਆ ਮੈਂ ਮੋਰਫੋਲੋਜੀਕਲ ਕਰੈਕਟਰ, ਪਹਿਲਾਂ ਐਕਸਟਰਨਲ ਦੇਖਿਆ ਜਾਊਗਾ, ਦੇਖਣ ਸਾਰੋਂ ਕੀ ਲੱਗੂਗਾ, ਜਾਂ ਤਾਂ ਉਹ ਪਲਾਂਟ ਲੱਗੂਗਾ, ਜਾਂ ਕੋਈ ਆਰਗਨਿਜ਼ਮ ਲੱਗੂਗਾ, ਜਾਂ ਕੋਈ ਆਬਜੈਕਟ ਲੱਗ ਸਕਦਾ, ਹੈ ਨਾ। ਤਾਂ ਉਹਦੀ ਮੋਰਫੋਲੋਜੀ ਦੇਖਦੇ ਹੋਏ, ਮੰਨ ਲਓ ਉਹ ਪਲਾਂਟ ਆ ਕੋਈ, ਤਾਂ ਮੋਰਫੋਲੋਜੀ ਦੇਖਦੇ ਹੋਏ ਆਪਾਂ ਕੀ ਕਹਤਾ ਵੀ ਇਹ ਕਿੰਗਡਮ ਪਲਾਂਟ ਦੇ ਵਿੱਚ ਰੱਖਿਆ ਜਾਊਗਾ, ਠੀਕ ਹੈ, ਪਲਾਂਟ ਸੀਗਾ ਕਿਉਂਕਿ ਉਹ। ਦੈਨ ਆ ਗਈ ਜੀ ਐਨਾਟਮੀ। ਹੁਣ ਐਨਾਟਮੀ ਦੇ ਵਿੱਚ ਦੇਖਿਆ ਜਾਊਗਾ ਪਲਾਂਟ ਛੋਟਾ ਹੈ, ਹਰਬਾ, ਸ਼ਰਬਾ ਜਾਂ ਟਰੀ ਹੈ ਨਾ, ਛੋਟਾ ਵੱਡਾ ਜਾਂ
ਜਿਵੇਂ ਆਪਾਂ ਕਹਿ ਦਿੰਦੇ ਹਾਂ ਬੂਟੀ ਆ, ਝਾੜੀ ਆ ਜਾਂ ਫਿਰ ਹੈ ਨਾ ਦਰਖਤ ਆ, ਉਹ ਚੀਜ਼ ਵੀ ਦੇਖੀ ਜਾਊ। ਅਤੇ ਉਹਦੀ ਇੰਟਰਨਲ ਸਟਰਕਚਰ ਕੀ ਆ, ਉਹ 'ਚ ਸੈੱਲਸ ਕਿਹੜੇ ਪ੍ਰੈਜੈਂਟ ਆ, ਹੈ ਨਾ, ਜਿਵੇਂ ਸਾਈਟੋਲੋਜੀ ਦੇ ਵਿੱਚ ਆਪਾਂ ਗੱਲ ਕਰ ਲਾਂਗੇ, ਸੈੱਲ ਸਟਰਕਚਰ ਦੇਖਿਆ ਜਾਊਗਾ ਵੀ ਉਹ 'ਚ ਪਰਮਾਨੈਂਟ ਸੈੱਲ ਜਿਵੇਂ ਜਾਈਲਮ ਫਲੋਇਮ ਉਹ ਹੈਗੀ ਆ ਕਿ ਨਹੀਂ, ਉਹਨੂੰ ਅਲੱਗ ਲਿਖਿਆ ਜਾਊਗਾ। ਫੁੱਲ ਉਹਦੇ 'ਚ ਲੱਗਦੇ ਆ ਕਿ ਨਹੀਂ, ਜਿਵੇਂ ਆਪਾਂ ਐਂਜੀਓਸਪਰਮ ਵਿੱਚ ਫੁੱਲਾਂ ਵਾਲੇ ਸਾਰੇ ਲੈਂਦੇ ਹਾਂ ਨਾ, ਉਹ ਸਾਰੇ ਐਂਜੀਓਸਪਰਮ ਵਿੱਚ ਰੱਖੇ ਜਾਂਦੇ। ਜਿਮਨੋਸਪਰਮ ਜਿਹਨਾਂ ਨੂੰ ਕੋਨਸ ਲੱਗਦੇ, ਜਿਵੇਂ ਪਹਾੜੀ ਇਲਾਕਿਆਂ ਦੇ ਵਿੱਚ ਕੋਨਸ ਵਾਲੇ ਹੁੰਦੇ ਆ ਦਰਖਤ, ਤਾਂ ਉਹ ਦੇਖਿਆ ਜਾਊਗਾ। ਫਿਜ਼ੀਓਲੋਜੀ ਲਾਈਫ ਪ੍ਰੋਸੈਸ, ਉਹ ਆਪਦਾ ਫੂਡ ਕਿੱਦਾਂ ਬਣਾ ਰਿਹਾ, ਉਹਦੇ 'ਚ ਕਲੋਰੋਫਿਲ ਹੈਗੀ ਹੈ ਕਿ ਨਹੀਂ, ਹੈ ਨਾ। ਜੇ ਗ੍ਰੀਨ ਉਹਦੇ ਕਲਰ ਹੋਣਗੇ ਲੀਵਸ ਉਹਦੇ ਗ੍ਰੀਨ ਕਲਰ ਦੇ ਹੋਣਗੇ ਤਾਂ ਉਹ 'ਚ ਕਲੋਰੋਫਿਲ ਹੋਊਗੀ, ਹੈ ਨਾ, ਉਹ ਚੀਜ਼ ਦੇਖੀ ਜਾਊਗੀ। ਔਂਟੋਜੈਨੀ ਦੇ ਵਿੱਚ ਡਿਵੈਲਪਮੈਂਟਸ ਕਿਵੇਂ ਡਿਵੈਲਪ ਹੁੰਦਾ, ਉਹਦਾ ਲਾਈਫ ਜਿਹੜਾ ਹੈਗਾ ਲਾਈਫ ਸਪੈਨ ਕੀ ਆ, ਕਿੰਨੇ ਸਾਲ ਉਹ ਜਿਉਂਦਾ ਰਹੂਗਾ, ਠੀਕ ਹੈ, ਅਤੇ ਕਿਵੇਂ ਵੱਧਦਾ ਹੈ, ਕਿਹੜੇ ਮੌਸਮ ਦੇ ਵਿੱਚ ਉਹ ਖਿੜ ਰਿਹਾ, ਕਿਹੜੇ ਵਿੱਚ ਪਤਝੜ ਆ ਰਹੀ ਹੈ, ਉਹ ਸਾਰਾ ਕੁਛ ਦੇਖਿਆ ਜਾਊਗਾ ਔਂਟੋਜੈਨੀ ਦੇ ਵਿੱਚ। ਰੀਪਰੋਡਕਸ਼ਨ, ਪਲਾਂਟ ਆਪਦੇ ਤੋਂ ਹੀ ਸੀਡ ਬਣਾ ਕੇ ਫਿਰ ਨਵਾਂ ਪਲਾਂਟ ਤਿਆਰ ਕਰ ਰਿਹਾ, ਜਾਂ ਫਿਰ ਇਹ ਆ ਕਿ ਉਹਦੀ ਸਟੈਮ ਤੋਂ ਤਿਆਰ ਹੋ ਸਕਦਾ, ਉਹਦੀਆਂ ਰੂਟਸ ਤੋਂ ਨਵਾਂ ਪਲਾਂਟ ਤਿਆਰ ਹੋ ਸਕਦਾ, ਉਹਦੇ ਲੀਵ ਤੋਂ ਤਿਆਰ ਹੋ ਸਕਦਾ, ਹੈ ਨਾ। ਜਿਵੇਂ ਐਗਜ਼ਾਮਪਲ ਲੈ ਲਈਏ, ਰੋਜ਼ ਆ ਜਿਹੜਾ, ਰੋਜ਼ ਦੀ ਕਲਮ ਲੱਗਦੀ ਆ, ਮਤਲਬ ਸਟੈਮ ਲੱਗਦੀ ਆ, ਹੈ ਨਾ। ਆਲੂ ਆ, ਉਹ ਆਪਾਂ ਉਗਾ ਦਿੰਦੇ ਐਜ਼ ਇਟ ਇਜ਼ ਐਜ਼ ਅ ਰੂਟ, ਹੈ ਨਾ, ਐਜ਼ ਅ ਸਟੈਮ। ਤਾਂ ਇਹਦੇ ਬਿਨਾਂ ਲੀਵਸ, ਬ੍ਰਾਇਓਫਾਈਲਮ, ਪੱਥਰ ਚੱਟ ਦੇ ਵਿੱਚ ਆਪਾਂ ਪੱਤਾ ਲਗਾਉਂਦੇ ਹਾਂ, ਉਹਦੇ ਤੋਂ ਪਲਾਂਟ ਬਣਦਾ। ਸੋ ਉਹ ਸਾਰਾ ਕੁਛ ਕੀ ਹੈ, ਰੀਪਰੋਡਕਸ਼ਨ ਦੇ ਵਿੱਚ ਆ ਜਾਂਦਾ। ਉਹ ਸੈਕਸ਼ੁਅਲ ਵੀ ਹੋ ਸਕਦੀ ਹੈ ਅਤੇ ਏਸੈਕਸ਼ੁਅਲ ਵੀ ਹੋ ਸਕਦੀ ਹੈ ਨਾ। ਬਿਹੇਵੀਅਰ ਕੀ ਹੈ ਪਲਾਂਟ ਦਾ, ਠੀਕ ਹੈ, ਉਹ ਵੀ ਦੇਖਾਂਗੇ ਆਪਾਂ। ਹੁਣ ਇੱਥੇ ਆਪਾਂ ਪਲਾਂਟ ਦੀ ਐਗਜ਼ਾਮਪਲ ਲਈਏ ਤਾਂ ਹੀ ਮੈਂ ਵਾਰ-ਵਾਰ ਪਲਾਂਟ ਦੀ ਗੱਲ ਕਰ ਲਈ ਹਾਂ। ਜੇ ਆਪਾਂ ਕਿਸੇ ਆਰਗੈਨਿਜ਼ਮ ਕੋਈ ਫਾਈਂਡ ਹੋਇਆ ਹੋਵੇ, ਹੈ ਨਾ, ਤਾਂ ਫਿਰ ਆਰਗੈਨਿਜ਼ਮ ਬਾਰੇ ਲਿਖਾਂਗੇ ਸਾਰਾ ਕੁਛ, ਉਹਦੇ ਕਰੈਕਟਰਸ ਦੇਖਾਂਗੇ। ਇੱਥੇ ਸਿਰਫ ਐਗਜ਼ਾਮਪਲ ਲਈ ਮੈਂ ਪਲਾਂਟਸ ਦੀ ਗੱਲ ਕਰ ਰਹੀ ਹਾਂ। ਬਿਹੇਵੀਅਰ ਕੀ ਹੈ ਪਲਾਂਟ ਦਾ, ਉਹ ਦੇਖਾਂਗੇ, ਹੈ ਨਾ। ਕਈਆਂ ਦੇ ਵਿੱਚ ਹੁੰਦਾ ਕੋਈ ਜਿਹੜੇ ਪਲਾਂਟ ਆ ਉਹ ਟੌਕਸਿਕ ਹੁੰਦੇ ਆ, ਉਹਨਾਂ 'ਚ ਜਿਹੜਾ ਮਤਲਬ ਵਾਈਟ ਕਲਰ ਦਾ ਫਲੂਇਡ ਨਿਕਲਦਾ ਉਹ ਟੌਕਸਿਕ ਹੋ ਸਕਦਾ, ਹੈ ਨਾ। ਟੱਚਿੰਗ ਦੇ ਨਾਲ ਉਹਨੂੰ ਕੁਝ ਹੋ ਰਿਹਾ ਜਾਂ ਨਹੀਂ, ਉਹ ਚੀਜ਼ ਆ। ਜਿਵੇਂ ਛੂਈ ਮੂਈ ਦਾ ਪਲਾਂਟ ਆ, ਉਹਦਾ ਅਲੱਗ ਬਿਹੇਵੀਅਰ, ਉਹਨੂੰ ਟੱਚ ਕਰਦੇ ਆ, ਹੈ ਨਾ, ਡਰੋਪ ਹੋ ਜਾਂਦੇ ਆ ਪੱਤੇ। ਸੋ ਬਾਇਓਕੈਮਿਸਟਰੀ ਵੀ ਦੇਖਾਂਗੇ, ਜਿਹੜੀਆਂ ਕੈਮੀਕਲ ਰਿਐਕਸ਼ਨਸ ਆ ਉਹ 'ਚ ਕੀ ਚੱਲ ਰਹੀਆਂ, ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ, ਜਾਂ ਇਹ ਤੋਂ ਬਿਨਾਂ ਹੋਰ ਵੀ ਜੇ ਡੀਪਲੀ ਸਟੱਡੀ ਕਰੀਏ ਤਾਂ ਹੋਰ ਵੀ ਬਹੁਤ ਸਾਰੇ ਫੈਕਟਰ ਹੁੰਦੇ ਨੇ ਜਿਨ੍ਹਾਂ ਨੂੰ ਦੇਖਦੇ ਹੋਏ ਕਿਸੇ ਆਰਗੈਨਿਜ਼ਮ ਨੂੰ, ਕਿਸੇ ਪਲਾਂਟ ਨੂੰ, ਕਿਸੇ ਵੀ ਹੋਰ ਜਿਹੜਾ ਹੈਗਾ ਕੋਈ ਵੀ ਥਿੰਗ ਹੈ, ਉਹਨੂੰ ਕਿੱਥੇ ਰੱਖਿਆ ਜਾਂਦਾ, ਕਲਾਸੀਫਿਕੇਸ਼ਨ ਦੇ ਵਿੱਚ ਰੱਖਿਆ ਜਾਂਦਾ, ਅਤੇ ਨੋਮਨਕਲੇਚਰ ਦਿੱਤਾ ਜਾਂਦਾ, ਆਈਡੈਂਟੀਫਾਈ ਕੀਤਾ ਜਾਂਦਾ, ਮਤਲਬ ਟੈਕਸੋਨੋਮੀ ਉਹਦੀ ਅਰੇਂਜ ਕੀਤੀ ਜਾਂਦੀ ਆ। ਨੈਕਸਟ ਟੌਪਿਕ ਆ ਟਾਈਪਸ ਆਫ ਟੈਕਸੋਨੋਮੀ। ਹੁਣ ਇਹਦੀਆਂ ਕੁਝ ਕੁ ਟਾਈਪਸ ਆ, ਕਲਾਸੀਕਲ ਟੈਕਸੋਨੋਮੀ, ਸਾਈਟੋ ਟੈਕਸੋਨੋਮੀ, ਕੀਮੋ ਟੈਕਸੋਨੋਮੀ ਅਤੇ ਮਾਡਰਨ ਟੈਕਸੋਨੋਮੀ, ਠੀਕ ਹੈ। ਲਾਸਟ ਹੈਗਾ ਮਾਡਰਨ ਟੈਕਸੋਨੋਮੀ। ਹੁਣ ਇਹਦੇ ਵਿੱਚ ਉਹਨਾਂ ਨੂੰ ਅਰੇਂਜ ਕਰਨਾ ਆਪਾਂ, ਹੈ ਨਾ, ਕਿਸੇ ਵੀ ਆਰਗੈਨਿਜ਼ਮ ਨੂੰ, ਕਿਸੇ ਵੀ ਪਲਾਂਟ ਨੂੰ ਜਾਂ ਕਿਸੇ ਅਦਰ ਥਿੰਗ ਨੂੰ ਅਰੇਂਜ ਕਰਨਾ, ਕਲਾਸੀਫਿਕੇਸ਼ਨ ਦੇਣੀ ਆ ਅਕੋਰਡਿੰਗ ਟੂ ਟੈਕਸੋਨੋਮੀ। ਤਾਂ ਕਲਾਸੀਫਿਕੇਸ਼ਨ ਜਿਹੜੀ ਕਲਾਸੀਕਲ ਟੈਕਸੋਨੋਮੀ ਉਹ 'ਚ ਕੀ ਦੇਖਿਆ ਜਾਂਦਾ, ਸਾਈਟੋ 'ਚ ਕੀ ਦੇਖਿਆ ਜਾਂਦਾ ਅਤੇ ਕੀਮੋ 'ਚ ਕੀ ਦੇਖਿਆ ਜਾਂਦਾ, ਐਂਡ ਮਾਡਰਨ 'ਚ ਕੀ। ਕਲਾਸੀਕਲ ਟੈਕਸੋਨੋਮੀ ਜਦੋਂ ਕੀਤੀ ਜਾਂਦੀ ਹੈ ਨਾ ਕਿਸੇ ਚੀਜ਼ ਦੀ, ਬਹੁਤ ਘੱਟ ਕਰੈਕਟਰ ਦੇਖੇ ਜਾਂਦੇ ਆ, ਜ਼ਿਆਦਾ ਡੀਪਲੀ ਨਹੀਂ ਜਾਇਆ ਜਾਂਦਾ, ਅਤੇ ਉਹ ਘੱਟ ਕਰੈਕਟਰ 'ਚ ਵੀ ਕੀ ਸ਼ੋਅ ਕੀਤਾ ਜਾਂਦਾ, ਮੋਰਫੋਲੋਜੀਕਲ ਕਰੈਕਟਰ ਸਿਰਫ ਸ਼ੋਅ ਕੀਤੇ ਜਾਂਦੇ ਆ, ਜਿਸ ਤੋਂ ਉਹਦੇ ਬਹੁਤ ਥੋੜ੍ਹੇ ਹੀ ਜਿਹੜੇ ਹੈਗੇ ਆ ਸਾਨੂੰ ਕਰੈਕਟਰਿਸਟਿਕਸ ਆ ਜਿਹੜੇ ਉਹ ਪਤਾ ਲੱਗਦੇ ਆ। ਦੈਨ ਆ ਜਾਂਦਾ ਸਾਈਟੋ ਟੈਕਸੋਨੋਮੀ। ਇਹਦੇ ਵਿੱਚ ਇਹ ਫਾਈਲੋਜੈਨਿਕ ਸਟੱਡੀ ਹੈ ਇੱਕ। ਫਾਈਲੋਜੈਨਟਿਕ ਸਟੱਡੀ ਦੇ ਵਿੱਚ ਕੀ ਹੈ, ਸੈੱਲ ਸਟਰਕਚਰ ਦੇਖਿਆ ਜਾਂਦਾ ਹੁੰਦਾ, ਠੀਕ ਹੈ, ਮਤਲਬ ਉਹਦੇ ਸੈੱਲਸ ਕਿਸ ਤਰੀਕੇ ਨਾਲ ਅਰੇਂਜ ਆ, ਕਿਹੜੇ ਉਹਦੇ ਸੈੱਲ ਹੈਗੇ ਆ, ਹੈ ਨਾ, ਟੈਂਪਰੇਰੀ ਸੈੱਲਸ ਪ੍ਰੈਜੈਂਟ ਆ, ਜਿਵੇਂ ਪਲਾਂਟ ਦੀ ਗੱਲ ਕਰ ਲਈਏ, ਜਾਂ ਪਰਮਾਨੈਂਟ ਵੀ ਪ੍ਰੈਜੈਂਟ ਆ, ਉਹ ਚੀਜ਼ਾਂ ਦੇਖਦੇ ਹੋਏ ਕਿਸੇ ਚੀਜ਼ ਦੀ ਸਾਈਟੋ ਟੈਕਸੋਨੋਮੀ ਕੀਤੀ ਜਾਂਦੀ ਆ। ਐਂਡ ਕੀਮੋ ਟੈਕਸੋਨੋਮੀ ਦੇ ਵਿੱਚ ਕੀ ਆ, ਉਹਦੀਆਂ ਕੈਮੀਕਲ ਰਿਐਕਸ਼ਨ ਬਾਰੇ ਦੇਖਿਆ ਜਾਂਦਾ ਸਾਰਾ, ਕੀ ਰਿਲੇਸ਼ਨਸ਼ਿਪ ਆ ਕੈਮੀਕਲ ਰਿਐਕਸ਼ਨ ਨੂੰ ਲੈਂਦੇ ਹੋਏ ਕਿਸੇ ਇਨਸੈਸਟਰ ਉਹਦੇ ਕਿੱਦਾਂ ਦੇ ਰਹੇ ਆ, ਹੈ ਨਾ। ਤਾਂ ਹੋਰ ਵੀ ਜਿਹੜੀਆਂ ਰਿਲੇਸ਼ਨਸ਼ਿਪ ਡਿਸਟਰੀਬਿਊਸ਼ਨ ਹੈ ਜਿਹੜੀ, ਹੈ ਨਾ, ਉਹ ਵੀ ਕਿਹਦੇ ਅਕੋਰਡਿੰਗ ਦੇਖੀ ਜਾਂਦੀ ਹੈ, ਕੈਮੀਕਲਸ ਦੇ ਅਕੋਰਡਿੰਗ ਦੇਖੀ ਜਾਂਦੀ ਹੈ। ਅਤੇ ਲਾਸਟ ਆ ਜਾਂਦੀ ਜੀ ਮਾਡਰਨ ਟੈਕਸੋਨੋਮੀ। ਜਿਹੜੀ ਮਾਡਰਨ ਟੈਕਸੋਨੋਮੀ ਹੈਗੀ ਆ, ਇਹਦੇ ਵਿੱਚ ਲਾਰਜ ਨੰਬਰ ਆਫ ਇੰਡੀਵਿਜੂਅਲ, ਕਾਫੀ ਸਾਰੇ ਇੰਡੀਵਿਜੂਅਲਸ, ਜਿਵੇਂ ਆਪਾਂ ਕਲਾਸੀਕਲ ਟੈਕਸੋਨੋਮੀ ਦੀ ਗੱਲ ਕਰਦੇ ਸੀ ਨਾ, ਉਹ 'ਚ ਥੋੜ੍ਹੇ ਜਿਹੇ ਇੰਡੀਵਿਜੂਅਲਸ ਦੀ ਜਿਹੜੀ ਮੋਰਫੋਲੋਜੀਕਲ ਕਰੈਕਟਰਾਂ 'ਚ ਦੇਖੇ ਜਾਂਦੇ ਆ, ਪਰ ਮਾਡਰਨ ਟੈਕਸੋਨੋਮੀ ਦੇ ਵਿੱਚ ਆਪਾਂ ਇਕੱਠਿਆਂ ਦਾ ਦੇਖ ਸਕਦੇ ਹਾਂ। ਜ਼ਿਆਦਾਤਰ ਇਹਦੇ ਵਿੱਚ ਸਪੈਸ਼ਲ ਹੁੰਦਾ ਐਵੋਲਿਊਸ਼ਨ ਚੇਂਜ, ਕਿ ਕਿੰਨਾ ਕੁ ਕੋਈ ਸਪੀਸੀਜ਼ ਹੈ ਜਿਹੜੀ ਉਹਦੇ 'ਚ ਐਵੋਲਿਊਸ਼ਨ ਆਈ ਹੈ, ਹੈ ਨਾ, ਉਹਦੇ ਅਕੋਰਡਿੰਗ ਮਾਡਰਨ ਟੈਕਸੋਨੋਮੀ ਹੈ ਜਿਹੜੀ ਉਹਦੇ ਆਧਾਰ 'ਤੇ ਕਲਾਸੀਫਿਕੇਸ਼ਨ ਕੀਤੀ ਜਾਂਦੀ ਹੈ, ਠੀਕ ਹੈ। ਐਂਡ ਸਟੱਡੀ ਇਹਦੇ ਵਿੱਚ ਜਿਹੜੀ ਹੈਗੀ ਆ ਮੈਨੀ ਫੀਲਡਸ ਦੇ ਵਿੱਚ ਕੀਤੀ ਜਾ ਸਕਦੀ ਹੈ ਮਾਡਰਨ ਟੈਕਸੋਨੋਮੀ ਦੇ ਵਿੱਚ। ਇੱਥੇ ਇੱਕ ਡਿਫਰੈਂਸ ਆਉਂਦਾ ਹੁੰਦਾ, ਠੀਕ ਹੈ, ਤਾਂ ਉਸ ਡਿਫਰੈਂਸ ਦੇ ਵਿੱਚ ਆਪਾਂ ਲਿਖਣਾ ਹੁੰਦਾ ਵਾਟ ਇਜ਼ ਅ ਕੁਐਸਚਨ, ਇਹ ਹੁੰਦਾ ਵਾਟ ਇਜ਼ ਦ ਡਿਫਰੈਂਸ ਬਿਟਵੀਨ ਕਲਾਸੀਕਲ ਟੈਕਸੋਨੋਮੀ ਐਂਡ ਮਾਡਰਨ ਟੈਕਸੋਨੋਮੀ, ਠੀਕ ਹੈ, ਕਾਫੀ ਇੰਪੋਰਟੈਂਟ ਜਿਹੜਾ ਹੈਗਾ ਇਹ। ਤਾਂ ਨੈਕਸਟ ਸਾਡੇ ਕੋਲ ਟੌਪਿਕ ਹੈਗਾ ਜੀ ਬਾਇਨੋਮੀਅਲ ਨੋਮਨਕਲੇਚਰ, ਮਤਲਬ ਸਾਇੰਟੀਫਿਕ ਨੇਮ, ਠੀਕ ਹੈ। ਇਹਦੇ ਕੁਝ ਫੈਕਟਰ ਪੜ੍ਹ ਲੈਂਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਸਾਇੰਟੀਫਿਕ ਨੇਮ ਆ ਉਹ ਸਾਰੇ ਵਰਡ 'ਤੇ ਇੱਕ ਹੀ ਹੁੰਦਾ, ਸੇਮ ਹੁੰਦਾ, ਸੇਮ ਆਲ ਓਵਰ ਦਾ ਵਰਡ, ਇਹ ਸੇਮ ਹੀ ਰਹੂਗਾ। ਸੈਕਿੰਡ, ਸਿਸਟਮ ਆਫ ਨੇਮਿੰਗ ਪਲਾਂਟ ਐਂਡ ਐਨੀਮਲ ਐਂਡ ਅਦਰ ਆਬਜੈਕਟਸ। ਇਹਦੇ ਵਿੱਚ ਕੀ ਆ, ਨਾਮ ਦੇ ਦਿੱਤਾ ਜਾਂਦਾ ਕਿਹਨੂੰ, ਪਲਾਂਟਸ ਨੂੰ, ਐਨੀਮਲਸ ਨੂੰ ਅਤੇ ਅਦਰ ਆਬਜੈਕਟਸ ਨੂੰ।
ਨੇਮ ਇਹਦੇ ਵਿੱਚ ਕੀ ਆ ਹੋਰ ਸਾਇੰਟੀਫਿਕ ਨੇਮ ਦੇ ਵਿੱਚ ਇਹ ਡਿਸਕਸ ਕੀਤਾ ਗਿਆ ਸੀਗਾ ਲੀਨੀਅਸ ਦੇ ਦੁਆਰਾ 1753 ਦੇ ਵਿੱਚ, ਬਟ ਇਹਨੂੰ ਐਕਸੈਪਟ ਕਦੋਂ ਕੀਤਾ ਗਿਆ 1813 ਵਿੱਚ ਕੀਤਾ। ਕਿਹਦੇ ਦੁਆਰਾ ਕੀਤਾ ਗਿਆ? ਕੈਂਡੋਲ ਦੇ ਦੁਆਰਾ। ਠੀਕ ਹੈ ਜੀ। ਹੁਣ ਥੋੜ੍ਹਾ ਜਿਹਾ ਕੰਪੈਰੀਜ਼ਨ ਕਰ ਲੈਂਦੇ ਹਾਂ ਐਡਵਾਂਟੇਜ ਜਿਹੜੀਆਂ ਹੈਗੀਆਂ ਕਾਮਨ ਨੇਮ ਦੀਆਂ ਕਿਹਦੇ ਨਾਲ? ਸਾਇੰਟੀਫਿਕ ਨੇਮ ਦੇ ਨਾਲ। ਪਹਿਲਾਂ ਜੇ ਆਪਾਂ ਗੱਲ ਕਰ ਲਈਏ ਇਹਨੂੰ ਵਰਨਾ ਕਲਚਰ ਨੇਮ ਵੀ ਬੋਲਦੇ ਹੁੰਦੇ ਆ, ਜਿਹੜਾ ਆਪਾਂ ਕਾਮਨ ਨੇਮ ਲੈਂਦੇ ਹਾਂ। ਹੁਣ ਜਿੱਦਾਂ ਅਸੀਂ ਮਿਰਚ ਨੂੰ ਚਿੱਲੀ ਕਹਿ ਦਿੰਦੇ ਹਾਂ, ਗੋਭੀ ਨੂੰ ਕੈਬੇਜ ਕਹਿ ਲੈਂਦੇ ਹਾਂ, ਹੈ ਨਾ, ਜਾਂ ਫਿਰ ਹੋਰ ਵੀ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ। ਤਾਂ ਇਹ ਜਿਹੜੇ ਕਾਮਨ ਜਿਹੇ ਨੇਮ ਆ, ਇੱਕ ਤਾਂ ਇਹ ਬੋਲਣੇ ਸੌਖੇ ਹੁੰਦੇ ਆ ਕਿਸੇ ਖਾਸ ਜਗ੍ਹਾ ਦੇ ਜਿਹੜੇ ਨੇਟਿਵ ਆ ਉਹਨਾਂ ਦੇ ਲਈ, ਹੈ ਨਾ। ਪ੍ਰੋਨਾਊਂਸ ਕਰਨੇ ਆਪਾਂ ਨੂੰ ਚਿੱਲੀ ਕਹਿਣਾ, ਕੈਬੇਜ ਕਹਿਣਾ ਬਹੁਤ ਸੌਖਾ, ਹੈ ਨਾ। ਲੋਕਲ ਪੀਪਲ ਫੈਮੀਲੀਅਰ ਹੁੰਦੇ ਆ। ਹੁਣ ਜੇ ਆਪਾਂ ਕਿਸੇ ਨੂੰ ਚਿਲੀ ਬਾਰੇ ਗੱਲ ਕਰਾਂਗੇ, ਕੈਬੇਜ ਬਾਰੇ ਗੱਲ ਕਰਾਂਗੇ ਤਾਂ ਈਜ਼ੀਲੀ ਉਹਨਾਂ ਨੂੰ ਸਮਝ ਆ ਜਾਏਗਾ, ਹੈ ਨਾ। ਨੇਟਿਵਸ ਆਰ ਏਬਲ ਟੂ ਆਈਡੈਂਟੀਫਾਈ ਈਜ਼ੀਲੀ। ਜੇ ਸਾਨੂੰ ਹੁਣ ਕੋਈ ਕਹਿ ਦੇਵੇ ਚਿਲੀ ਲੈ ਕੇ ਆਓ, ਹੈ ਨਾ, ਤਾਂ ਸਾਨੂੰ ਈਜ਼ੀਲੀ ਸਮਝ ਆ ਜੂ। ਪਰ ਜੇ ਮਿਰਚ ਦਾ ਸਾਇੰਟੀਫਿਕ ਨੇਮ ਲੈਣ ਲੱਗ ਗਏ ਤਾਂ ਸਾਨੂੰ ਸਮਝ ਹੀ ਨਹੀਂ ਆਉਣਾ, ਨਾ ਸਾਡੇ ਤੋਂ ਆਈਡੈਂਟੀਫਾਈ ਵੀ ਨਹੀਂ ਕੀਤਾ ਜਾਣਾ, ਹੈ ਨਾ। ਤਾਂ ਇਹ ਜਿਹੜੀਆਂ ਹੈਗੀਆਂ ਐਡਵਾਂਟੇਜ ਹੁੰਦੀਆਂ ਵੀ ਸੌਖਾ ਹੋ ਜਾਂਦਾ ਸਾਡੇ ਲਈ, ਹੈ ਨਾ, ਫਾਈਂਡ ਕਰਨਾ। ਅਸੀਂ ਫੈਮੀਲੀਅਰ ਹਾਂ, ਸਾਨੂੰ ਬੋਲਣਾ ਸੌਖਾ ਅਤੇ ਸਾਨੂੰ ਸਮਝ ਜਲਦੀ ਆ ਜਾਂਦਾ। ਸੋ ਇਸ ਤੋਂ ਬਿਨਾਂ ਇਹਦੀਆਂ ਕੁਝ ਡਿਸਐਡਵਾਂਟੇਜ ਵੀ ਨੇ, ਜਿਵੇਂ ਡਿਫਰੈਂਟ ਇਨ ਡਿਫਰੈਂਟ ਸਟੇਟ ਐਂਡ ਕੰਟਰੀਜ਼। ਹੁਣ ਚਿਲੀ ਜਿਹੜੀ ਹੈਗੀ ਅਤੇ ਕੈਬੇਜ ਹੈਗੀ ਉਹ ਆਪਾਂ ਕਿਹਦੇ 'ਚ ਬੋਲਦੇ ਹਾਂ? ਇੰਗਲਿਸ਼ 'ਚ ਬੋਲਦੇ ਹਾਂ। ਹੋ ਸਕਦਾ ਹਿੰਦੀ 'ਚ ਕੁਝ ਹੋਰ ਬੋਲਦੇ ਹੋਣ, ਹੋ ਸਕਦਾ ਬੰਗਾਲੀ 'ਚ ਕੁਝ ਹੋਰ ਬੋਲਦੇ ਹੋਣ, ਤਾਮਿਲ 'ਚ ਕੁਝ ਹੋਰ ਬੋਲਦੇ ਹੋਣ। ਇਹਦਾ ਮਤਲਬ ਸਿਰਫ ਅਸੀਂ ਆਪਦੀ ਸਟੇਟ ਤੱਕ, ਆਪਦੀ ਜਿੱਥੇ ਅਸੀਂ ਰਹਿ ਰਹੇ ਹਾਂ, ਆਪਦੇ ਏਰੀਏ ਤੱਕ ਹੀ ਉਹਨੂੰ ਅੰਡਰਸਟੈਂਡ ਕਰ ਸਕਦੇ ਹਾਂ। ਇਹ ਵੀ ਇੱਕ ਇਹਦੀ ਬਹੁਤ ਵੱਡੀ ਡਿਸਐਡਵਾਂਟੇਜ ਆ। ਸੈਕਿੰਡ ਥਿੰਗ, ਜਦੋਂ ਇਹ ਨਾਮ ਰੱਖੇ ਜਾਂਦੇ ਆ ਨਾ ਤਾਂ ਉਹਨਾਂ 'ਤੇ ਕੋਈ ਵੀ ਸਾਇੰਟੀਫਿਕ ਬੇਸ ਨਹੀਂ ਦੇਖਿਆ ਜਾਂਦਾ ਵੀ ਉਹਨਾਂ ਦਾ ਜਿਹੜਾ ਸਾਇੰਟੀਫਿਕ, ਜਿਵੇਂ ਆਪਾਂ ਅੱਗੇ ਗੱਲ ਕਰਾਂਗੇ ਸਾਇੰਟੀਫਿਕ ਨੇਮ ਕਿਵੇਂ ਬਣਾਇਆ ਜਾਂਦਾ, ਤਾਂ ਉਹ ਨਹੀਂ ਦੇਖਿਆ ਜਾਂਦਾ ਵੀ ਜੇ ਸੇਮ ਕਲਾਸ ਵਾਲੇ ਆ ਤਾਂ ਸੇਮ ਇੱਕੋ ਜਿਹੇ ਨਾਮ ਰੱਖ ਦਿਓ, ਇੰਗਲਿਸ਼ 'ਚ ਵੀ, ਹੈ ਨਾ, ਤਾਮਿਲ 'ਚ ਵੀ, ਬੰਗਾਲੀ 'ਚ ਵੀ। ਇਹ ਚੀਜ਼ ਕੋਈ ਨਹੀਂ ਦੇਖੀ ਜਾਂਦੀ। ਇਹ ਵੀ ਡਿਸਐਡਵਾਂਟੇਜ ਹੋ ਗਿਆ। ਨੈਕਸਟ, ਅ ਕਾਮਨ ਨੇਮ ਇਨਕਲੂਡ ਸੈਵਰਲ ਆਰਗਨਿਜ਼ਮ। ਜਿਵੇਂ ਹੁਣ ਤਿਤਲੀ ਆ, ਆਪਣੀ ਕੀ ਹੁੰਦਾ ਪੰਜਾਬੀ 'ਚ ਤਿਤਲੀ। ਹੁਣ ਜੇ ਭਮੱਕੜ ਵਗੈਰਾ ਜਾਂ ਤਿਤਲੀ ਵਰਗੇ ਕੋਈ ਵੀ ਉਸ ਸਾਈਜ਼ ਦੇ ਆਰਗਨਿਜ਼ਮ ਆ ਨਾ, ਕੋਈ ਵੀ ਜਿਹਨਾਂ ਨੂੰ ਜਿਹੜੇ ਮੌਤ ਕਲਾਸ ਦੇ ਵਿੱਚ ਆ ਜਾਂਦੇ ਆ, ਉਹਨਾਂ ਨੂੰ ਸਾਰਿਆਂ ਨੂੰ ਤਿਤਲੀ ਹੀ ਕਹਿੰਦੇ ਆ। ਇਹਦਾ ਮਤਲਬ ਜਿਹੜਾ ਕਾਮਨ ਨੇਮ ਆ ਉਹ ਹੁੰਦਾ ਇੱਕ ਦਾ, ਇਹ ਤੇ ਆਪਾਂ 10-15 ਨੂੰ ਕਹਿ ਦਿੰਦੇ ਆ। ਤਾਂ ਇਹ ਵੀ ਇਹਦੀ ਕੀ ਹੈ? ਡਿਸਐਡਵਾਂਟੇਜ ਹੋ ਗਈ ਨਾ। ਦੈਨ ਆ ਗਿਆ ਮਿਸਲੀਡਿੰਗ। ਹੁਣ ਜਿਵੇਂ ਇਹਦੇ ਵਿੱਚ ਇੱਕ ਹੋਰ ਐਗਜ਼ਾਮਪਲ ਲੈ ਸਕਦੇ, ਜਿਵੇਂ ਮੱਖੀਆਂ ਕਿੰਨੇ ਤਰ੍ਹਾਂ ਦੀਆਂ, ਪਰ ਕਹਿੰਦੇ ਅਸੀਂ ਮੱਖੀ ਹੋਈ ਆ, ਹੈ ਨਾ, ਸਾਡੇ ਲਈ ਮੱਖੀ ਹੋਈ ਹੈ ਇੱਕ ਤਰ੍ਹਾਂ ਦੀ। ਤਾਂ ਉਹ ਤਾਂ ਹੈਗਾ ਨਾ ਪੰਜਾਬੀ ਲੈਂਗੁਏਜ, ਆਪਦੀ ਲੈਂਗੁਏਜ ਦੀ ਆਪਾਂ ਫਲਾਈ ਕਹਿ ਦਿੰਦੇ ਹਾਂ ਜਿੱਦਾਂ। ਉਸ ਤੋਂ ਬਾਅਦ ਮਿਸਲੀਡਿੰਗ ਇਹਦੇ ਵਿੱਚ ਮਿਸਲੀਡਿੰਗ ਵੀ ਹੁੰਦੀ ਹੈ। ਜਿਵੇਂ ਕੈਟਲ ਫਿਸ਼ ਹੋ ਗਈ, ਜੈਲੀ ਫਿਸ਼ਿਜ਼ ਹੋ ਗਈਆਂ, ਉਹ ਫਿਸ਼ਿਜ਼ ਨਹੀਂ ਹੈਗੀਆਂ ਪਰ ਉਹਨਾਂ ਨੂੰ ਫਿਰ ਵੀ ਫਿਸ਼ਿਜ਼ ਕਿਹਾ ਜਾ ਰਿਹਾ। ਇਹ ਵੀ ਇਹਦੀ ਡਿਸਐਡਵਾਂਟੇਜ ਹੈ। ਠੀਕ ਹੈ। ਨੈਕਸਟ ਆ ਗਿਆ ਲੈਂਗੁਏਜ ਡਿਫਰੈਂਟ ਹੋ ਸਕਦੀ ਹੈ। ਜਿਵੇਂ ਲੈਂਗੁਏਜ ਦਾ ਮਤਲਬ ਏਰੀਆ ਦੇ ਵਿੱਚ, ਜਿਵੇਂ ਚਾਈਨਾ ਰੋਜ਼ ਇੰਗਲਿਸ਼ ਵਿੱਚ ਕਿਹਾ ਜਾਂਦਾ, ਚਾਈਨਾ ਰੋਜ਼ ਨੂੰ ਗੁਰਹਾਲ ਕਿਹਾ ਜਾਂਦਾ ਹਿੰਦੀ ਦੇ ਵਿੱਚ, ਜਾਬਾ ਕਿਹਾ ਜਾਂਦਾ ਬੰਗਾਲੀ ਦੇ ਵਿੱਚ। ਹੁਣ ਇਹ ਸਿਰਫ ਇੰਗਲਿਸ਼ ਜਿਹੜੇ ਇੰਗਲਿਸ਼ ਜਾਣਦੇ ਉਹ ਚਾਈਨਾ ਰੋਜ਼ ਸਮਝ ਸਕਣਗੇ, ਜਿਹੜੇ ਹਿੰਦੀ ਜਾਣਦੇ ਉਹ ਗੁਰਹਾਲ ਸਮਝ ਸਕਣਗੇ, ਜਿਹੜੇ ਬੰਗਾਲੀ ਜਾਣਦੇ ਉਹਨਾਂ ਨੂੰ ਕੀ ਪਤਾ ਵੀ ਚਾਈਨਾ ਰੋਜ਼ ਕੀ ਹੁੰਦਾ, ਹੈ ਨਾ। ਤਾਂ ਇਹ ਵੀ ਇੱਥੇ ਵੀ ਫਿਰ ਬਹੁਤ ਵੱਡੀ ਪ੍ਰੋਬਲਮ ਆ ਜਾਂਦੀ ਹੈ ਅੰਡਰਸਟੈਂਡ ਕਰਨ ਦੇ ਵਿੱਚ। ਤਾਂ ਇਹ ਵੀ ਕੀ ਆ? ਡਿਸਐਡਵਾਂਟੇਜ।